आम करके एक अजकल एक हवा बना के पेश किया जा रहा भी कैनेडा बंद हो रहा है, कैनेडा बिल्कुल बंद हो रहा है। की हुण ये पंजाबी सोच लैन जाओ निराश होण कि हुण कैनेडा दा राह बंद हो रहा है जी। कई अखौती बाबे जिहड़े ने वो अपनी दुकानदारी चलाउण वास्ते अलग तरह का डर पैदा करते हैं, सियासतदान अलग तरह का डर पैदा करते हैं। उसी तरीके दे नाल जिहड़ी बिजनस इकानमी आ, जिहड़े बिजनसमैन ने किसी भी फील्ड 'चों उन्हां दा एक अलग तरह का डर है। ते एक नवा एक टर्म हैगी आ गोस्ट कंसलटेंट्स ਜਾਂ ਇਮੀਗ੍ਰੇਸ਼ਨ ਵਾਲੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅਸੀਂ ਏਜੰਟ ਕਹਿੰਦੇ ਆ, ਉਹ ਇੱਕ ਹੋਰ ਹਊਆ ਬਣਾ ਕੇ ਪੇਸ਼ ਕਰਦੇ ਹੈਗੇ। ਇਸ ਵਿੱਚ ਵੀ ਕੋਈ ਲਾਲਚ ਹੈ ਉਹਨਾਂ ਦਾ? ਹਾਂਜੀ ਬਿਲਕੁਲ ਲਾਲਚ ਆ। ਸਰੇਆਮ ਝੂਠੀ ਖਬਰ ਆ, ਝੂਠ ਬੋਲਦੇ ਪਏ ਨੇ। ਪਰ ਜਿਹੜੇ ਰਿਫਿਊਜ਼ਲਸ ਰੇਟ ਜਿਵੇਂ ਪਹਿਲੇ ਸੀਗੇ ਉਸ ਤੋਂ ਬਹੁਤ ਜ਼ਿਆਦਾ, ਜਿਵੇਂ 80% ਦਾ ਰਿਫਿਊਜ਼ਲ ਦੱਸਿਆ ਜਾ ਰਿਹਾ, ਇਹ ਸੱਚਾਈ ਹੈ ਕਿ ਨਹੀਂ? ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਦਾਂ ਨਹੀਂ ਹੈਗਾ ਕਿ ਆਫਿਸਰ ਆਪਣੀ ਘਰ ਵਾਲੀ ਨਾਲ ਲੜ ਕੇ ਆਇਆ ਤੇ ਉਹਨੇ ਸਾਡੇ ਸਾਰਿਆਂ ਤੇ ਖੁੰਦਕ ਕੱਢਣੀ ਹੈ ਤੇ ਤਾੜ ਬੱਚਿਆਂ ਨੂੰ। ਐਗਜ਼ਾਮਪਲ ਇਹ ਬਠਿੰਡੇ ਦੀ ਕੁੜੀ ਅੱਜ ਤੋਂ 10-15 ਦਿਨ ਪੁਰਾਣੀ ਗੱਲ, ਇੱਥੇ ਆਈ, ਜਲੰਧਰ ਦੇ ਕਿਸੇ ਏਜੰਟ ਨੇ ਫਾਈਲ ਲਾਉਣ ਤੋਂ ਬਾਅਦ ਇੱਥੇ ਬੱਚਾ ਪਹੁੰਚ ਗਿਆ। ਹੁਣ ਬੱਚੇ ਨੇ ਆਲਰੇਡੀ ਬੈਚਲਰ ਡਿਗਰੀ ਕੀਤੀ ਹੋਈ ਸੀ ਜੀ, ਉਹਦੇ ਝੂਠੀ ਬੈਚਲਰ ਡਿਗਰੀ ਬਣਾਤੀ। ਅੱਛਾ, ਦੁਬਾਰਾ ਕਰਵਾ ਦਿੱਤੀ ਗਈ। ਔਰ ਉਹ ਪਹਿਲੀ ਬੈਚਲਰ ਜਿਹੜੀ ਅਸਲੀ ਕੀਤੀ ਉਹ ਸ਼ੋਅ ਨਹੀਂ ਕੀਤੀ, ਜਿਹੜੀ ਨਕਲੀ ਆ ਉਹ ਚੱਕ ਕੇ ਫਾਈਲ ਚਲਾਤੀ। ਜਿੱਥੇ ਵੀ ਗੋਲੀ ਆ ਨਾ ਜੀ ਉਸ 'ਚ ਨਾ ਪਵੇ। ਸ਼ਾਰਟਕਟਸ ਜਿਹੜੇ ਨੇ ਉਹ ਬੜੇ ਖਤਰਨਾਕ ਨੇ। ਹੋਰ ਮੈਨੂੰ ਇਹ ਕਹਿਣ ਦੇ ਉੱਤੇ ਕੋਈ ਗੁਰੇਜ਼ ਨਹੀਂ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਕਾਲਜਾਂ ਯੂਨੀਵਰਸਿਟੀਆਂ ਕਮਿਸ਼ਨਾਂ ਦਿੰਦੀਆਂ ਨੇ ਉਹ US UK ਤੇ ਆਸਟ੍ਰੇਲੀਆ ਦੇ ਕਾਲਜਸ ਯੂਨੀਵਰਸਿਟੀਜ਼ ਨਾਲੋਂ ਬਹੁਤ ਹੀ ਥੋੜ੍ਹੀਆਂ ਨੇ। ਸੋ ਉਹ ਉਹਨਾਂ ਦਾ ਆਪਣਾ ਫਾਈਨੈਂਸ਼ੀਅਲ ਇਸ਼ੂ ਆ। ਉਹ ਤੁਹਾਡੇ ਤੇ ਕੋਈ ਰਹਿਮ ਨਹੀਂ ਕਰ ਰਹੇ ਹੈਗੇ। ਉਹ ਆਪਣੇ ਜ਼ਿਆਦਾ ਪੈਸੇ ਆਪਣਾ ਸਮਾਨ ਵੇਚਣ ਲਈ ਕਰ, ਉਹ ਆਪਣਾ ਪ੍ਰੋਡਕਟ ਵੇਚ ਰਹੇ ਨੇ। ਸਾਡਾ ਇੱਕ ਕਾਰਨ ਵੀ ਇਹੀ ਸੀ ਕਿ ਇਹ ਸਵਾਲ ਜਿਹੜੇ ਤੁਸੀਂ ਗੂਗਲ 'ਤੇ ਲੱਭਦੇ ਵੀ ਕੀ ਹੋ ਸਕਦਾ ਕੀ ਨਹੀਂ, ਅਸੀਂ ਆਏ ਇੱਥੇ ਸਪੈਸ਼ਲ ਸੋਚਿਆ ਵੀ ਭਾਜੀ ਨਾਲ ਜ਼ਰੂਰ ਗੱਲਬਾਤ ਕਰੀਏ। ਇਹ ਤੁਹਾਨੂੰ ਸੱਚ ਦੱਸ ਦਈਏ ਵੀ ਸਾਡੀ ਇਹ ਇੰਟਰਵਿਊ ਪੇਡ ਇੰਟਰਵਿਊ ਨਹੀਂ ਹੈ, ਇਹ ਸਿਰਫ ਤੇ ਸਿਰਫ ਤੁਹਾਡੇ ਭਲੇ ਦੇ ਵਾਸਤੇ, ਤੁਹਾਡੇ ਜਾਣਕਾਰੀ ਹਿੱਤ ਅਸੀਂ ਇਹ ਸਵਾਲ ਰੱਖਿਆ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਸੰਦੀਪ ਸਿੰਘ ਜੀ ਬਰੈਂਪਟਨ ਇਮੀਗ੍ਰੇਸ਼ਨ ਵਾਲੇ, ਅਸੀਂ ਸਕਾਈਪ ਦੇ ਥਰੂ ਇਹਨਾਂ ਦੇ ਨਾਲ ਕਾਫੀ ਇੰਟਰਵਿਊ ਕੀਤੀਆਂ ਨੇ, ਕਾਫੀ ਸਵਾਲ ਜਵਾਬ ਰੱਖਦੇ ਹੁੰਦੇ ਆ ਤਾਂ ਜੋ ਜਿਹੜੇ ਸਾਡੇ ਪੰਜਾਬ ਦੇ ਸਪੈਸ਼ਲ ਸਟੂਡੈਂਟਸ ਇੱਥੇ ਪੜ੍ਹਨ ਲਈ ਜਾਂਦੇ ਆ ਉਹਨਾਂ ਦੇ ਜਿਹੜੇ ਸਵਾਲ ਹੁੰਦੇ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ ਉਸ ਬਾਬਤ। ਅੱਜ ਸਾਨੂੰ ਬਰੈਂਪਟਨ ਦੇ ਵਿੱਚ ਇਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਕੁਝ ਸਵਾਲ ਜਿਹੜੇ ਕਿ ਪੰਜਾਬੀਆਂ ਦੇ ਨੇ ਉਹਨਾਂ ਦੇ ਨਾਲ ਅਸੀਂ ਕਰਨੇ ਜ਼ਰੂਰੀ ਸਮਝੇ। ਸੋ ਆਪਾਂ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਉਹ ਸਵਾਲ ਤੇ ਉਹਨਾਂ ਦੇ ਜਵਾਬ ਤੁਸੀਂ ਆਪ ਸੁਣਨੇ ਆ ਕੀ ਨੇ। ਹਾਂਜੀ ਭਾਈ ਸਾਹਿਬ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਆਫਿਸ ਵੀ ਆਏ ਹੈਗੇ ਹੋ। ਤੁਹਾਡੇ ਨਾਲ ਅੱਜ ਪਹਿਲੀ ਵਾਰੀ ਫੇਸ ਟੂ ਫੇਸ ਰੂਬਰੂ ਹੋਣ ਦਾ, ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ। ਸੋ ਆਈ ਹੋਪ ਕਿ ਜਿਹੜੀ ਇੰਟਰਵਿਊ ਵੀ ਆ ਸਰੋਤਿਆਂ ਦੇ ਕੰਮ ਆਏਗੀ, ਸਰੋਤਿਆਂ ਨੂੰ ਹੋਰ ਜ਼ਿਆਦਾ ਵਧੇਰੀ ਜਾਣਕਾਰੀ ਮਿਲੂਗੀ। ਹਾਂਜੀ, ਪਹਿਲੇ ਦੱਸੋ, ਆਮ ਕਰਕੇ ਇੱਕ ਅੱਜ ਕੱਲ੍ਹ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਕੈਨੇਡਾ ਬੰਦ ਹੋ ਰਿਹਾ, ਕੈਨੇਡਾ ਬਿਲਕੁਲ ਬੰਦ ਹੋ ਰਿਹਾ। ਕੀ ਹੁਣ ਇਹ ਪੰਜਾਬੀ ਸੋਚ ਲੈਣ ਜਾਓ ਨਿਰਾਸ਼ ਹੋਣ ਕਿ ਹੁਣ ਕੈਨੇਡਾ ਦਾ ਰਾਹ ਬੰਦ ਹੋ ਰਿਹਾ ਜੀ? ਸੋ ਤੁਹਾਡਾ ਸਵਾਲ ਦੇ ਵਿੱਚ ਇੱਕ ਲਫ਼ਜ਼ ਆਇਆ ਡਰ ਜੀ। ਹਰੇਕ ਚੀਜ਼ ਨੂੰ ਜਦੋਂ ਵੇਚਣਾ ਹੋਵੇ ਨਾ ਤੇ ਡਰ ਬਹੁਤ ਵਧੀਆ ਚੀਜ਼ ਆ ਜੀ, ਵੀ ਡਰ ਪੈਦਾ ਕਰ ਦਿਓ। ਬਾਬੇ, ਕਈ ਅਖੌਤੀ ਬਾਬੇ ਜਿਹੜੇ ਨੇ ਉਹ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਅਲੱਗ ਤਰ੍ਹਾਂ ਦਾ ਡਰ ਪੈਦਾ ਕਰਦੇ ਆ, ਸਿਆਸਤਦਾਨ ਅਲੱਗ ਤਰ੍ਹਾਂ ਦਾ ਡਰ ਪੈਦਾ ਕਰਦੇ ਆ। ਉਸੇ ਤਰੀਕੇ ਦੇ ਨਾਲ ਜਿਹੜੀ ਬਿਜ਼ਨਸ ਇਕਾਨਮੀ ਆ, ਜਿਹੜੇ ਬਿਜ਼ਨਸਮੈਨ ਨੇ ਕਿਸੇ ਵੀ ਫੀਲਡ 'ਚੋਂ ਉਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਡਰ ਆ। ਅਤੇ ਇੱਕ ਨਵਾਂ ਇੱਕ ਟਰਮ ਹੈਗੀ ਆ ਗੋਸਟ ਕੰਸਲਟੈਂਟਸ ਜਾਂ ਇਮੀਗ੍ਰੇਸ਼ਨ ਵਾਲੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅਸੀਂ ਏਜੰਟ ਕਹਿੰਦੇ ਆ, ਉਹ ਇੱਕ ਹੋਰ ਹਊਆ ਬਣਾ ਕੇ ਪੇਸ਼ ਕਰਦੇ ਹੈਗੇ। ਇਸ ਵਿੱਚ ਵੀ ਕੋਈ ਲਾਲਚ ਹੈ ਉਹਨਾਂ ਦਾ? ਹਾਂਜੀ ਬਿਲਕੁਲ ਲਾਲਚ ਆ। ਲਾਲਚ ਆਇਆ ਕਿ ਤੁਸੀਂ ਗੱਲ ਦੇਖੋ ਕਿ ਜਦੋਂ ਕੈਨੇਡਾ ਦੇ ਡਰ ਦੀ ਗੱਲ ਕਰਦੇ ਆ ਉਹ ਨਾਲ ਦੇ ਨਾਲ ਹੀ ਕਿਸੇ ਨਾ ਕਿਸੇ ਹੋਰ ਦੇਸ਼ ਨੂੰ, ਉਦਾਹਰਨ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਜਾਂ UK ਨੂੰ ਪ੍ਰਮੋਟ ਕਰਦੇ ਆ। ਉਹਦਾ ਕਾਰਨ ਆਇਆ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ
ਦੁਨੀਆ ਦੇ ਹਰੇਕ ਮੁਲਕ ਦੀ ਸਟੱਡੀ ਵੀਜ਼ਾ 'ਚ ਕੰਮ ਕਰਦੀ ਹੈ। ਜੀ ਪਰ ਮੈਂ ਇਸ ਗੱਲ ਨੂੰ ਇਹ ਨਹੀਂ ਪ੍ਰਚਾਰਨਾ ਚਾਹੂੰਗਾ ਕਿ ਅਗਰ ਮੈਨੂੰ ਆਸਟ੍ਰੇਲੀਆ ਤੇ ਯੂਕੇ ਦੀ ਕਮਿਸ਼ਨ ਜ਼ਿਆਦਾ ਮਿਲਦੀ ਹੋਵੇ ਜਾਂ ਸਵਿਟਜ਼ਰਲੈਂਡ ਦੀ ਜ਼ਿਆਦਾ ਕਮਿਸ਼ਨ ਮਿਲਦੀ ਹੋਵੇ ਤਾਂ ਮੈਂ ਬੱਚੇ ਨੂੰ ਇਹ ਗੱਲ ਕਹਾਂ ਕਿ ਮਿੱਤਰਾ ਤੂੰ ਕੈਨੇਡਾ ਨਾ ਅਪਲਾਈ ਕਰ ਕਿਉਂਕਿ ਤੇਰਾ ਰਿਫਿਊਜ਼ਲ ਆਉਣਾ ਆ, ਤੂੰ ਆਸਟ੍ਰੇਲੀਆ ਅਪਲਾਈ ਕਰ, ਤੂੰ ਯੂਕੇ ਅਪਲਾਈ ਕਰ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਹਮੇਸ਼ਾ ਹੀ ਅਪਸ ਐਂਡ ਡਾਊਨਸ ਆਉਂਦੇ ਆ ਜੀ ਬਟ ਇਹ ਗੱਲ ਕਹਿ ਦੇਣੀ ਕਿ ਬੰਦ ਹੋ ਗਿਆ, ਜੀ ਇਹ ਬਹੁਤ ਵੱਡੀ ਟਰਮੀਨੋਲੋਜੀ ਹੈ। ਇਹ ਕਹਿਣਾ ਕਿ ਹੁਣ ਤਾਂ ਸਟੱਡੀ ਵੀਜ਼ਾਸ ਲੱਗਦੇ ਹੀ ਨਹੀਂ। ਮੈਂ ਪਿਛਲੇ 10 ਦਿਨਾਂ ਦੇ ਵਿੱਚ ਤੁਸੀਂ ਨੋਟਿਸ ਕੀਤਾ ਹੋਣਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਣ ਬੁੱਝ ਕੇ, ਨਹੀਂ ਤਾਂ ਅਸੀਂ ਇੱਕ ਦੋ ਵੀਡੀਓਜ਼ ਪਾਈ ਦੀਆਂ ਨੇ ਰੋਜ਼ ਦੀਆਂ, ਪਰ ਜਾਣ ਬੁੱਝ ਕੇ ਇੰਨੀਆਂ ਜ਼ਿਆਦੀਆਂ ਵੀਡੀਓਜ਼ ਇਸ ਲਈ ਪਾਈਆਂ ਸੋ ਦੈਟ ਲੋਕਾਂ ਨੂੰ ਪਤਾ ਚੱਲੇ ਕਿ ਭਾਈ ਅਗਰ ਬੰਦ ਹੋਏ ਆ ਫਿਰ ਇੱਥੇ ਕਿਵੇਂ ਵੀਜ਼ਾਸ ਆ ਰਹੇ ਨੇ। ਹਾਂ ਬਿਲਕੁਲ। ਸੋ ਬੰਦਰ ਕੀ ਕੋਈ ਗੱਲ ਨਹੀਂ ਹੈ। ਪਰ ਜਿਹੜੇ ਰਿਫਿਊਜ਼ਲਸ ਰੇਟ ਜਿਵੇਂ ਪਹਿਲੇ ਸੀਗੇ ਉਸ ਤੋਂ ਬਹੁਤ ਜ਼ਿਆਦਾ, ਜਿਵੇਂ 80% ਦਾ ਰਿਫਿਊਜ਼ਲ ਦੱਸਿਆ ਜਾ ਰਿਹਾ, ਇਹ ਸੱਚਾਈ ਹੈ ਕਿ ਨਹੀਂ? ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਲਾਈਕ ਇਟਸ 80% ਦਾ ਰਿਫਿਊਜ਼ਲ, ਜਦੋਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਕਿਸੇ ਬੰਦੇ ਦੇ ਮੰਨ ਲਓ ਰਿਫਿਊਜ਼ਲ ਆਈ ਆ, ਜੀ ਇੱਦਾਂ ਨਹੀਂ ਹੈਗਾ ਕਿ ਆਫਿਸਰ ਆਪਣੀ ਘਰ ਵਾਲੀ ਨਾਲ ਲੜ ਕੇ ਆਇਆ ਤੇ ਉਹਨੇ ਸਾਡੇ ਸਾਰਿਆਂ ਤੇ ਖੁੰਦਕ ਕੱਢਣੀ ਹੈ ਤੇ ਤਾੜ ਬੱਚਿਆਂ ਨੂੰ ਰਿਫਿਊਜ਼ਲ ਕਰਤਾ। ਜਦੋਂ ਵੀ ਕਿਸੇ ਜਵਾਕ ਨੂੰ ਰਿਫਿਊਜ਼ਲ ਦਿੱਤਾ ਜਾਂਦਾ ਨਾ, ਉਹ ਰਿਫਿਊਜ਼ਲ ਲੈਟਰ ਜਦੋਂ ਤੁਹਾਨੂੰ ਮਿਲਦੀ ਆ ਉਹਦੇ ਪਿੱਛੇ ਇੱਕ ਬੈਕਗ੍ਰਾਉਂਡ ਹੁੰਦੀ ਆ, ਉਹਨੂੰ ਅਸੀਂ ਕੇਪਸ ਨੋਟਸ ਕਹਿੰਦੇ ਆ, ਜਿਹਨੂੰ ਆਪਾਂ ਇੰਡੀਆ ਦੇ ਵਿੱਚ RTI ਕਹਿ ਦਿੰਦੇ ਆ ਦੇਸੀ ਭਾਸ਼ਾ ਕੀ ਰਾਈਟ ਟੂ ਇਨਫੋਰਮੇਸ਼ਨ ਆ। ਹਰੇਕ ਜਵਾਕ ਜਿਹੜਾ ਰਿਫਿਊਜ਼ਲ ਆਉਂਦਾ ਆ ਉਹ ਸਰਕਾਰ ਦੇ ਵਿੱਚ ਇਨਫੋਰਮੇਸ਼ਨ ਨੂੰ ਅਸੈਸ ਕਰਨ ਵਾਸਤੇ ਕੇਪਸ ਨੋਟ ਅਪਲਾਈ ਕਰ ਸਕਦਾ ਹੈ। ਇਹ ਸਟੂਡੈਂਟ ਕਰ ਸਕਦਾ ਹੈ ਜਾਂ ਕੋਈ ਏਜੰਟ ਜਾਂ ਸਪੈਸੀਫਿਕ ਕੋਈ ਜਿਵੇਂ ਅਟਾਰਨੀ ਹੋਵੇ ਉਹੀ ਕਰ ਸਕਦਾ? ਕੋਈ ਵੀ ਕਰ ਸਕਦਾ। ਅੱਛਾ, ਇਹ ਗੱਲ ਵਿਜ਼ਟਰ ਦੇ ਉੱਤੇ ਵੀ ਲਾਗੂ ਹੁੰਦੀ ਹੈ? ਕਿਸੇ ਵੀ ਚੀਜ਼ ਦੇ ਉੱਤੇ ਅਗਰ ਤੁਹਾਨੂੰ ਰਿਫਿਊਜ਼ਲ ਦੇ ਰਿਹਾ ਹੈ ਆਫਿਸਰ, ਆਫਿਸਰ ਨੂੰ ਡਿਫਾਈਨ ਕਰਨਾ ਪਊਗਾ। ਅੱਛਾ, ਇੱਕ ਡਰ ਇਹ ਵੀ ਹੁੰਦਾ ਹੈ ਵੀ ਕਹਿੰਦੇ ਵੀ ਜੇ ਤੁਸੀਂ ਅਪੀਲ ਕਰੋ ਜਾਂ ਕੇਪਸ ਨੋਟਸ ਪਾਓ ਤਾਂ ਫਿਰ ਤੁਹਾਡਾ ਨਾਮ ਉਹ ਲਿਖ ਕੇ ਰੱਖ ਲੈਂਦੇ, ਮੁੜ ਕੇ ਦੁਬਾਰਾ ਫਿਰ ਤੁਹਾਨੂੰ ਵੀਜ਼ਾ ਹੀ ਨਹੀਂ ਕਦੇ ਦੇਣਾ। ਸੋ ਕਿਨਾ ਲਾਈਕ ਇੱਥੇ ਸਰਪੰਚੀਆਂ ਦੀਆਂ ਲੜਾਈਆਂ ਥੋੜ੍ਹਾ ਕਿ ਜਾਂ ਕੋਈ ਜ਼ਮੀਨ ਥੋੜ੍ਹਾ ਵੰਡਣੀ ਆ ਕਿ ਇੱਦਾਂ। ਬਿਲਕੁਲ ਸਹੀ ਗੱਲ ਹੈ। ਡਰ ਇੱਕ ਡਰ ਪ੍ਰੋਡਿਊਸ ਕਰਨ ਦਾ ਇੱਕ ਤਰੀਕਾ ਨਾ ਜੀ। ਸੋ ਇਹ ਡਰਾ ਕੇ ਆਪਣੇ ਪਾਸੇ ਵੱਟੇ ਜਾ ਰਹੇ ਨੇ ਜੀ। ਜਦੋਂ ਤੁਸੀਂ ਕੇਪਸ ਨੋਟ ਅਪਲਾਈ ਕਰ ਰਹੇ ਹੈਗੇ ਹੋ, ਪਹਿਲੀ ਗੱਲ ਤਾਂ ਕੇਪਸ ਨੋਟ ਅਪੀਲ ਨਹੀਂ ਹੈ। ਕੇਪਸ ਨੋਟ ਸਿਰਫ ਤੇ ਸਿਰਫ ਇੱਕ ਰਾਈਟ ਟੂ ਇੱਕ ਤੁਸੀਂ ਸਰਕਾਰ ਨੂੰ ਫੀਸ ਪੇ ਕੀਤੀ, ਸਰਕਾਰ ਨੂੰ ਕਿਹਾ ਕਿ ਮੇਰਾ ਕੇਸ ਰਿਫਿਊਜ਼ ਹੋਇਆ, ਮੈਂ ਰਿਫਿਊਜ਼ਲ ਦੇ ਕਾਰਨ ਦੇਖਣਾ ਚਾਹੁੰਦਾ ਕਿ ਆਫਿਸਰ ਨੇ ਮੰਨ ਲਓ ਇੱਕ ਰਿਫਿਊਜ਼ਲ ਦਿੱਤੀ, 2 ਦਿੱਤੀਆਂ, ਜਿੰਨੀਆਂ ਵੀ ਦਿੱਤੀਆਂ, ਉਹਨਾਂ ਦੇ ਪਿੱਛੇ ਕੀ ਕਾਰਨ ਨੇ। ਸੋ ਇਹ ਇੱਕ ਬਹੁਤ ਇੰਪੋਰਟੈਂਟ ਡਾਕੂਮੈਂਟ ਹੁੰਦਾ। ਜਿਸ ਬੰਦੇ ਦੀ ਵੀ ਰਿਫਿਊਜ਼ਲ ਆਵੇ ਉਹਨੂੰ ਹਰ ਹਾਲਤ ਦੇ ਵਿੱਚ ਕੇਪਸ ਨੋਟ ਅਪਲਾਈ ਕਰਨੇ ਚਾਹੀਦੇ ਨੇ। ਉਹਦਾ ਕਾਰਨ ਆਇਆ ਕਿ ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ ਜਦੋਂ ਵੀ ਤੁਸੀਂ ਦੁਬਾਰਾ ਤੋਂ ਫਾਈਲ ਲਗਾਉਣੀ ਹੋਊਗੀ, ਤੁਸੀਂ ਉਹ ਜਿੰਨੇ ਕਾਰਨ ਨੇ ਰਿਫਿਊਜ਼ਲ ਦੇ ਉਹ ਸਾਰੇ ਕਵਰ ਕਰੋਗੇ। ਅਗਰ ਮੰਨ ਲਓ ਕਿ ਜ਼ਿਆਦਾਤਰ ਲੋਕਾਂ ਨੂੰ ਰਿਫਿਊਜ਼ਲ ਮਿਲਦੀ ਹੈ ਕਿ ਆ ਬੰਦੇ ਨੇ ਆਪਣੀ ਪੜ੍ਹਾਈ ਖਤਮ ਕਰਕੇ ਆਪਣੇ ਮੁਲਕ ਵਾਪਸ ਨਹੀਂ ਆਉਣਾ, ਸੋ ਤੁਹਾਨੂੰ ਇਹ ਪਤਾ ਹੈ ਕਿ ਮੈਨੂੰ ਐਜ਼ ਅ ਸਟੂਡੈਂਟ ਅਪਰੂਵ ਕਰਨਾ ਪੈਣਾ ਆ ਕਿ ਮੈਂ ਕਿੰਨਾ ਕਾਰਨਾਂ ਕਰਕੇ ਵਾਪਸ ਆਊਂਗਾ। ਮੇਰੇ ਮੈਰਿਜ ਹੋਈ ਹੈ, ਮੇਰੀ ਵਾਈਫ ਇੰਡੀਆ ਦੇ ਵਿੱਚ ਆ, ਜਾਂ ਮੇਰੇ ਜ਼ਮੀਨ ਆ, ਜਾਂ ਮੈਂ ਆਪਣੇ ਮਾਪਿਆਂ ਦਾ ਇਕੱਲਾ ਮੁੰਡਾ ਆ, ਜਾਂ ਮੇਰੀ ਆਲਰੇਡੀ ਇੰਡੀਆ 'ਚ ਬਹੁਤ ਵੱਡਾ ਬਿਜ਼ਨਸ ਆ। ਕੁਛ ਵੀ ਕਾਰਨ ਹੋ ਸਕਦੇ ਆ ਜਿਨ੍ਹਾਂ ਕਰਕੇ ਤੁਸੀਂ ਅਪਰੂਵ ਕਰ ਸਕੋ ਕਿ ਮੈਂ ਇਹਨਾਂ ਕਾਰਨਾਂ ਕਰਕੇ ਇੰਡੀਆ ਦੇ ਵਿੱਚ ਵਾਪਸ ਆਊਂਗਾ। ਇਹ ਸਿਰਫ ਇੱਕ ਉਦਾਹਰਨ ਦੇ ਰਿਹਾ। ਰਿਫਿਊਜ਼ਲ ਕਈ ਕਿਸਮਾਂ ਦੀਆਂ ਹੋ ਸਕਦੇ, ਕਈ ਕਾਰਨ ਹੋ ਸਕਦੇ, ਪਰ ਉਹ ਜਿਹੜੇ ਵੀ ਕਾਰਨ ਆ ਆਫਿਸਰ ਡਿਫਾਈਨ ਕਰਦਾ ਹੈ। ਸੋ ਉਹ ਡੈਫੀਨੇਸ਼ਨਸ ਤੋਂ ਪਤਾ ਚੱਲ ਸਕਦਾ ਹੈ ਕਿ ਆਪਾਂ ਅਗਲੀ ਵਾਰੀ ਫਾਈਲ ਕਿਵੇਂ ਲਾਉਣੀ ਹੈ। ਜਿਹੜਾ ਦੂਸਰੀ ਗੱਲ ਹੈਗੀ ਹੈ, ਅਗਰ 80% ਰਿਫਿਊਜ਼ਲ ਆ ਰਹੀ ਹੈ, ਅੱਜ ਤੋਂ ਹਫਤਾ 10 ਦਿਨ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ ਸਟੇਟਮੈਂਟ ਦਿੱਤੀ, ਹੁਣ ਉਹਨੇ ਮੰਨਿਆ। ਇਮੀਗ੍ਰੇਸ਼ਨ ਮਿਨਿਸਟਰ ਕਹਿੰਦਾ ਹੈ ਕਿ ਬਹੁਤ ਜ਼ਿਆਦਾ ਬੈਕਲੌਗ ਆ। ਬਿਲਕੁਲ। ਸੋ ਪਰਸੈਂਟੇਜ ਤਾਂ ਉਸ 'ਤੇ ਡਿਫਾਈਨ ਹੋਣੀ ਚਾਹੀਦੀ ਹੈ ਨਾ, ਜਿੰਨਾ। ਸੋ ਅਗਰ 100 ਬੰਦਾ ਆ, 100 ਵਿੱਚੋਂ ਦੀ ਅਗਰ 85 ਬੰਦਿਆਂ ਨੂੰ ਰਿਫਿਊਜ਼ ਕੀਤਾ ਜਾ ਰਿਹਾ ਤਾਂ 85% ਬਣਦੇ ਆ। ਪਿਛਲੇ ਥੋੜ੍ਹਾ ਜਿਹਾ ਪਿੱਛੇ ਚੱਲੀਏ, ਕਿਊਬੈਕ ਦੇ ਵਿੱਚ ਕੀ ਹੋਇਆ? ਕਾਲਜਾਂ ਦਾ ਰੌਲਾ ਰੱਪਾ ਪਿਆ, ਕਾਫੀ ਪਿਆ। ਜ਼ਿਆਦਾਤਰ ਬੱਚੇ ਕਿਹੜੇ ਸਨ ਜਿਹੜੇ ਕਿਊਬੈਕ ਦੇ ਵਿੱਚ ਫਾਈਲਾਂ ਲਾ ਰਹੇ ਸਨ? 5.5 ਬੈਂਡ, ਇੱਕ ਅੱਧੇ ਵਿੱਚ ਪੱਕਾ, ਜ਼ਿਆਦਾਤਰ ਪੱਕਾ ਹੀ ਹੁੰਦੇ ਸੀ, ਤਾਂ ਕਰਕੇ ਉਹ ਕਿਊਬੈਕ ਨੂੰ ਮੂਵ ਕਰ ਲੈਂਦੇ ਸੀਗੇ। ਕਿਊਬੈਕ ਦਾ ਰੌਲਾ ਪਿਆ, ਉਹ ਬੱਚਿਆਂ ਨੇ ਕੀ ਕੀਤਾ, ਜਾਂ ਤਾਂ ਆਪਣੇ ਕਾਲਜਿਸ ਚੇਂਜ ਕਰ ਲਏ ਜਾਂ ਅਜੇ ਵੀ ਉਹ ਕਿਊਬੈਕ ਦੇ ਉਹਨਾਂ ਕਾਲਜਾਂ ਦੇ ਵਿੱਚ ਆ।
ਸੋ ਰਿਫਿਊਜ਼ਲ ਵੀ ਜ਼ਿਆਦਾਤਰ ਉਹਨਾਂ ਬੰਦਿਆਂ ਦੀ ਹੀ ਆ ਰਹੀ ਹੈ ਜੀ, ਜਿਹੜਾ ਕੁਆਲੀਫਾਈਡ ਐਪਲੀਕੈਂਟ ਆ, ਜਿਹੜੇ ਉਹਨੂੰ ਡਰਨ ਦੀ ਲੋੜ ਨਹੀਂ ਹੈ। ਹਾਂ, ਸੋ ਕੈਨੇਡਾ ਦੇ ਵਿੱਚ ਬੰਦਿਆਂ ਦੀ ਲੋੜ ਆ। ਅਗਰ ਲੋੜ ਨਾ ਹੁੰਦੀ ਤਾਂ ਹਰੇਕ ਸਾਲ 4 ਲੱਖ 4 ਲੱਖ 20 4 ਲੱਖ 30 ਦਾ ਕੋਟਾ ਨਾ ਹੁੰਦਾ ਕਿ ਅਸੀਂ ਇੰਨੇ ਬੰਦੇ ਪੂਰੇ ਕਰਨੇ। ਜੀ, ਸੋ ਇਹ ਗੱਲ ਕਹਿਣੀ ਕਿ ਹਾਂ, ਇਹ ਗੱਲ ਕਹੀ ਜਾ ਸਕਦੀ ਹੈ ਕਿ ਕੈਨੇਡੀਅਨ ਗਵਰਨਮੈਂਟ ਸਟ੍ਰਿਕਟ ਹੋਈ ਹੈ, ਉਹ ਕਹਿਣੀ ਅਲੱਗ ਗੱਲ ਆ। ਇਹ ਕਹਿੰਦੇ ਨਾ ਕਿ ਬੰਦ ਹੋ ਗਿਆ ਆ, ਉਹ ਕਹਿੰਦੇ ਬਿਲਕੁਲ ਹੀ ਡਿਜ਼ਾਸਟਰ ਆ, ਸਰੇਆਮ ਝੂਠੀ ਖਬਰ ਆ, ਝੂਠ ਬੋਲਦੇ ਪਏ ਨੇ। ਕੈਨੇਡਾ ਦੀ ਸਰਕਾਰ ਨੇ ਕਿਤੇ ਨਹੀਂ ਅਨਾਉਂਸ ਕੀਤਾ ਕਿ ਬੰਦ ਹੋਇਆ। ਹੋਰ ਲੋਕੀ ਇਹ ਗੱਲ ਇਹ ਕੁਝ ਕੰਸਲਟੈਂਟ ਇਹ ਗੱਲ ਜ਼ਰੂਰ ਕਹਿ ਰਹੇ ਨੇ ਕਿ ਰਿਫਿਊਜ਼ਲ ਬਹੁਤ ਆ ਰਿਹਾ ਹੈ। ਮੈਂ ਪਿਛਲੇ 10-15 ਦਿਨਾਂ ਦੇ ਵਿੱਚ ਜ਼ਿਆਦਾ ਗਿਣਤੀ ਵੀਜ਼ਾਸ ਦੀ ਹੀ ਦੇਖੀ ਆ। ਸੋ ਆਈ ਡੋਂਟ ਨੋ, ਜਾਂ ਤਾਂ ਉਹਨਾਂ ਨੂੰ ਫਾਈਲਾਂ ਨਹੀਂ ਲਾਉਣੀਆਂ ਆਉਂਦੀਆਂ। ਕੁਝ ਲੋਕਾਂ ਦਾ ਇਹ ਵਿਚਾਰ ਹੈ ਵੀ ਕੈਨੇਡਾ ਜਿਹੜੇ ਗਵਰਨਮੈਂਟ ਹੈਗੀ ਆ ਉਹ ਸਖਤ ਹੋ ਗਈ ਹੈ ਕਾਫੀ, ਤੇ ਆਉਣ ਵਾਲੇ ਸਮੇਂ ਦੇ ਵਿੱਚ PR ਕਰਨ ਵੇਲੇ ਵੀ ਆਪਣੇ ਰੂਲਸ ਜਿਹੜੇ ਆ ਉਹ ਔਖੇ ਕਰਨ ਜਾ ਰਹੀ ਹੈ। ਇਹ 'ਚ ਸੱਚਾਈ ਹੈ? ਇਹ ਸੱਚਾਈ PR ਦੇ ਬੇਸਿਸ ਤੇ ਹੋ ਸਕਦੀ ਹੈ, ਹੋਰ ਹੈਗੀ ਆ। ਜਿਹੜਾ ਨਵਾਂ ਸਿਸਟਮ ਫਸਟ ਕੁਆਟਰ ਆਫ ਨੈਕਸਟ ਈਅਰ ਆਉਣ ਦੀ ਅਨਾਉਂਸਮੈਂਟ ਆਈ ਹੈ, ਉਸ ਵਿੱਚ ਸਾਫ਼ ਤੌਰ ਦੇ ਉੱਤੇ ਇਹ ਚੀਜ਼ ਹੈ ਕਿ ਟੀਅਰ ਸਿਸਟਮ, ਅਗਰ ਮੈਂ ਦੇਸੀ ਭਾਸ਼ਾ ਕਹਿਣਾ ਹੋਵੇ ਤਾਂ ਜਿਵੇਂ ਐਕਸਪ੍ਰੈਸ ਐਂਟਰੀ ਦੀ ਐਗਜ਼ਾਮਪਲ ਲੈ ਲਓ, ਉਸ 'ਚ ਆਪਾਂ ਨੌਕਸ ਹੁੰਦੇ ਆ। ਨੌਕਸ ਦਾ ਭਾਵ ਹੁੰਦਾ ਹੈ ਕਿ ਐਡਮਿਨ ਅਸਿਸਟੈਂਟ ਦੀ ਜੌਬ ਆ ਜਾਂ ਨਰਸ ਦੀ ਜੌਬ ਆ। ਕਿਹੜੇ ਡਿਪਾਰਟਮੈਂਟ ਨੰਬਰਸ ਹੁੰਦੇ ਆ ਉਹਨਾਂ ਦੇ, ਹੈ ਨਾ, ਨੌਕ ਨੰਬਰਸ। ਤੇ ਉਹਨਾਂ ਬੰਦੇ ਅੱਜ ਦੀ ਡੇਟ 'ਚ ਕੀ ਹੈ ਕਿ ਬੱਚਾ ਕੈਨੇਡਾ ਆਇਆ, 2 ਸਾਲ ਦੀ ਪੜ੍ਹਾਈ ਕੀਤੀ, 3 ਸਾਲ ਦਾ ਵਰਕ ਪਰਮਿਟ ਮਿਲਿਆ, ਉਸ ਦੇ ਵਿੱਚ ਉਹਨੇ 1 ਸਾਲ ਦਾ ਨੌਕ B ਦੇ ਵਿੱਚ ਐਕਸਪੀਰੀਅੰਸ ਗੇਨ ਕੀਤਾ ਤੇ ਉਹਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈਗੀ ਆ। ਉਸ ਵਿੱਚ ਸਿਰਫ ਇਹ ਜ਼ਰੂਰੀ ਹੁੰਦਾ ਹੈ ਕਿ ਨੌਕ OAB ਦੇ ਵਿੱਚ ਬੰਦਾ ਕੰਮ ਕਰੇ, ਆਪਣਾ ਐਕਸਪੀਰੀਅੰਸ ਗੇਨ ਕਰੇ। ਜਿਹੜਾ ਫਸਟ ਕੁਆਟਰ ਦੇ ਵਿੱਚ ਚੇਂਜਸ ਆਉਣੀਆਂ ਉਹ ਟੀਅਰ ਸਿਸਟਮ ਹੈ। ਟੀਅਰ ਸਿਸਟਮ ਦਾ ਭਾਵ ਕਿ ਜਿਨ੍ਹਾਂ ਚੀਜ਼ਾਂ ਦੀ ਜਾਂ ਜਿਨ੍ਹਾਂ ਨੌਕਰੀਆਂ ਦੀ ਕੈਨੇਡਾ ਨੂੰ ਲੋੜ ਹੋਊਗੀ ਉਹਨਾਂ ਨੂੰ ਪ੍ਰਾਇੋਰਟੀ ਬੇਸ ਉਹਨਾਂ ਨੂੰ ਪ੍ਰਾਇੋਰਟੀ ਬੇਸਿਸ ਤੇ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਊਗੀ। ਉਹਨਾਂ ਦਾ CRS ਸਕੋਰ ਮੈਟਰ ਨਹੀਂ ਕਰੂਗਾ। ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਤੁਹਾਡਾ CRS ਸਕੋਰ ਜਿਹੜਾ ਆ ਉਹ 500 ਬਣਦਾ ਪਿਆ ਆ, ਜੀ, ਸਿਰਫ ਐਗਜ਼ਾਮਪਲ ਹੈ ਜੀ, ਤੇ ਮੈਂ ਨਰਸ ਹਾਂ ਤੇ ਮੇਰਾ ਸਕੋਰ ਜਿਹੜਾ ਆ ਉਹ 300 ਬਣਦਾ ਪਿਆ ਆ। ਪਰ ਅਗਰ ਕੈਨੇਡਾ ਦੇ ਨਰਸ ਦੀ ਲੋੜ ਆ ਤਾਂ ਉਹ 300 ਵਾਲੇ ਨੂੰ ਪਿਕ ਮੈਟਰ ਨਹੀਂ ਕਰਦਾ ਕਿ ਤੁਹਾਡਾ 500 ਬਣ ਰਿਹਾ, ਉਹ 300 ਵਾਲੇ ਨੂੰ ਪਿਕ ਕਰਨਗੇ। 300 ਵਾਲੇ ਨੂੰ ਪਿਕ ਕਰਨਗੇ। ਸੋ ਜਿਸ ਚੀਜ਼ ਦੀ ਕੈਨੇਡਾ ਨੂੰ ਲੋੜ ਹੋਊਗੀ ਤੇ ਉਹ ਉਸ ਨੂੰ ਪ੍ਰਾਇੋਰਟੀ ਰੱਖਣਗੇ। ਸੋ ਹੁਣ ਇਸ ਦੇ ਵਿੱਚ ਤੁਸੀਂ ਇਹਨੂੰ ਸਖਤੀ ਕਹਿ ਸਕਦੇ ਹੋ, ਮੈਂ ਇਸ ਦੇ ਵਿੱਚ ਪਰ ਜਿਹੜੇ ਬਾਕੀ ਬਚਣਗੇ ਉਹਨਾਂ ਦਾ ਕੀ ਹੋਏਗਾ? ਸੋ ਦ ਪੁਆਇੰਟ ਇਜ਼ ਕਿ ਕੈਨੇਡਾ ਦੇ ਵਿੱਚ ਕਈ ਆਪਸ਼ਨਸ ਹੁੰਦੀਆਂ ਨੇ, ਪਰ ਅੱਖਾਂ ਬੰਦ ਕਰਨ ਵਾਲਾ ਜਿਹੜਾ ਕੰਮ ਸੀ ਉਹ ਬੰਦ ਹੋਊਗਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਮੈਂ ਮੰਨ ਲਓ ਕਿ IT ਦੀ ਪੜ੍ਹਾਈ ਕਰਨ ਆਇਆ ਜੀ, ਜ਼ਿਆਦਾਤਰ ਬੱਚਿਆਂ ਦਾ ਕੀ ਹੁੰਦਾ ਹੈ ਕਿ ਉਹਨੇ ਪੜ੍ਹਾਈ ਖਤਮ ਕੀਤੀ ਤਾਂ ਆਫਿਸ ਐਡਮਿਨ, ਬੁੱਕ ਕੀਪਰ, ਜਿਹੜੀਆਂ ਫਰੰਟ ਐਂਡ ਜੌਬਸ ਨੇ, ਜਿਹੜੀਆਂ ਸੌਖੀਆਂ ਜੌਬਸ ਨੇ ਪਰ ਉਹ ਹੋਣ ਐਡਮਿਨਿਸਟ੍ਰੇਟਿਵ ਵੀ, ਉਹ ਵਾਲੀਆਂ ਜੌਬਸ ਕਰਦੇ ਨੇ। ਮੈਨੂੰ ਇਹ ਲੱਗਦਾ ਹੈ ਕਿ ਹੌਲੀ ਹੌਲੀ ਉਸ ਦੇ ਉੱਤੇ ਨੱਥ ਪਊਗੀ ਤੇ ਜਿਨ੍ਹਾਂ ਚੀਜ਼ਾਂ ਦੀ ਹੈਲਥ ਕੇਅਰ ਹੋ ਗਈ, ਫਾਈਨੈਂਸ਼ੀਅਲ ਸਰਵਿਸਿਜ਼ ਹੋ ਗਈਆਂ, IT ਹੋ ਗਈ, ਇਹ ਇੰਡਸਟਰੀਜ਼ ਉਹ ਨੇ ਜਿਹੜੀਆਂ ਅਪਕਮਿੰਗ ਇੰਡਸਟਰੀਜ਼ ਹੈ ਜਿਸ ਦੀ ਬਹੁਤ ਜ਼ਿਆਦਾ ਲੋੜ ਵੀ ਆ, ਹਮੇਸ਼ਾ ਲੋੜ ਰਹਿੰਦੀ ਹੈ, ਬਹੁਤ ਜ਼ਿਆਦਾ ਲੋੜ ਆ। ਸੋ ਇਹਨਾਂ ਚੀਜ਼ਾਂ ਲਈ ਇਹਨਾਂ ਤੁਸੀਂ ਸਲਾਹ ਦੇਵੋਗੇ ਜਿਹੜੇ ਬੱਚੇ ਉੱਥੋਂ ਆਉਣ ਲਈ ਹੁਣ ਤਿਆਰ ਹੋਣ ਵੀ ਉਹ ਘੱਟੋ ਘੱਟ ਇਹ ਫੀਲਡ ਜ਼ਿਆਦਾ ਚੁਣਨ? ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ। ਸੋ ਮੇਰੀ ਹਮੇਸ਼ਾ ਬੱਚਿਆਂ ਨੂੰ ਇੱਕ ਸਲਾਹ ਹੁੰਦੀ ਹੈ, ਪੜ੍ਹਾਈ ਉਹ ਕਰੋ ਜਿਹੜਾ ਤੁਹਾਡਾ ਮਨ ਭਾਉਂਦਾ ਆ। ਜਿਸ ਚੀਜ਼ ਲਈ ਤੁਸੀਂ ਇਮੀਗ੍ਰੇਸ਼ਨ ਵਾਸਤੇ ਪੜ੍ਹਾਈ ਨਾ ਕਰੋ, ਪੜ੍ਹਾਈ ਆਪਣੇ ਫਿਊਚਰ ਲਈ ਕਰੋ। ਇਹ ਇੱਕ ਜਿਵੇਂ ਉਦਾਹਰਨ ਦਿੰਦਾ ਹੈ ਕਿ ਜਿਹੜੇ ਲੋਕ ਆਸਟ੍ਰੇਲੀਆ ਜਾਣਾ ਮਾੜੀ ਗੱਲ ਨਹੀਂ ਜੀ, ਪਰ ਆਸਟ੍ਰੇਲੀਆ ਇਸ ਲਈ ਜਾਣਾ ਕਿ ਕੈਨੇਡਾ ਬੰਦ ਹੋ ਰਿਹਾ ਉਹ ਮਾੜੀ ਗੱਲ ਆ। ਸੋ ਜ਼ਿੰਦਗੀ ਦੇ ਵਿੱਚ ਇਮੀਗ੍ਰੇਸ਼ਨ ਇੱਕ ਬਹੁਤ ਛੋਟਾ ਹਿੱਸਾ ਹੈ ਤੁਹਾਡੀ ਜ਼ਿੰਦਗੀ ਦਾ, ਬਹੁਤ ਜ਼ਰੂਰੀ ਹੋ ਸਕਦਾ ਆ। ਬਟ ਕਿ ਮੰਨ ਲਓ ਅੱਜ ਤੁਸੀਂ IT ਕਰ ਵੀ ਲਈ ਪਰ ਤੁਹਾਡਾ ਅਗਰ ਕੱਲ੍ਹ ਨੂੰ ਜੀ ਨਹੀਂ ਆ, ਤੁਹਾਡਾ ਲਾਇਰ ਬਣਨ ਨੂੰ ਜੀ ਸੀਗਾ, ਤੁਸੀਂ ਪੂਰੀ ਜ਼ਿੰਦਗੀ ਇਸ ਚੀਜ਼ ਨੂੰ ਫੀਲ ਕਰੋਗੇ ਕਿ ਹਾਂ ਸ਼ਾਇਦ ਮੈਂ ਅਗਰ ਉਸ ਸਮੇਂ ਦੇ ਉੱਤੇ ਸਹੀ ਕੋਰਸ ਚੂਜ਼ ਕੀਤਾ, ਪਰਮਨੈਂਟ ਰੈਜ਼ੀਡੈਂਸੀਜ਼ ਦੀਆਂ ਹੋਰ ਕਈ ਆਪਸ਼ਨਸ ਨਿਕਲ ਸਕਦੀਆਂ, PNPs ਨਿਕਲ ਸਕਦੇ, ਥੋੜ੍ਹੇ ਟਫ ਰਸਤੇ ਨਿਕਲ ਸਕਦੇ ਆ। ਪਰ ਪੜ੍ਹਾਈ ਹਮੇਸ਼ਾ ਉਹ ਹੋਣੀ ਚਾਹੀਦੀ ਹੈ ਜਿਹੜਾ ਤੁਹਾਨੂੰ ਸਹੀ ਲੱਗਦਾ ਆ। ਹੋ ਸਕਦਾ ਐਜ਼ ਅ ਪੇਰੈਂਟ ਮੈਨੂੰ ਲੱਗਦਾ ਹੋਵੇ ਕਿ ਮੇਰਾ ਬੱਚਾ ਜਿਹੜਾ ਉਹ ਬਹੁਤ ਵਧੀਆ ਮਿਊਜ਼ੀਸ਼ੀਅਨ ਬਣ ਸਕਦਾ ਆ, ਉਹ ਮੇਰੀ ਤਮੰਨਾ ਹੋ ਸਕਦੀ ਆ ਔਰ ਮੈਂ ਚਾਹੂੰਗਾ ਕਿ ਬੱਚਾ ਮੇਰੀ ਤਮੰਨਾ ਪੂਰੀ ਕਰੇ। ਪਰ ਬੱਚੇ ਨੂੰ ਹਮੇਸ਼ਾ ਰਾਈਟ ਹੋਣਾ ਚਾਹੀਦਾ ਕਿਉਂਕਿ ਪੂਰੀ ਜ਼ਿੰਦਗੀ ਉਹਨੇ ਕੱਢਣੀ ਆ, ਪੜ੍ਹਾਈ ਉਹ ਆਪਣੇ ਪਸੰਦ ਦੀ ਕਰੇ। ਇੱਕ ਲਾਸਟ ਸਵਾਲ,
ਆਮ ਕਰਕੇ ਨਾ ਡਰ ਬਹੁਤ ਹੁੰਦਾ, ਜਿਵੇਂ ਆਪਾਂ ਡਰ ਤੋਂ ਹੀ ਸਟਾਰਟ ਕੀਤਾ। ਕੁਝ ਲੋਕ ਜਦੋਂ ਤੱਕ ਇਮੀਗ੍ਰੇਸ਼ਨ ਉਹਨਾਂ ਨੂੰ ਮਿਲ ਨਹੀਂ ਜਾਂਦੀ, ਚਾਹੇ ਉਹ ਸਟੂਡੈਂਟ ਆਣ, ਉਹ ਡਰਦੇ ਰਹਿੰਦੇ ਵੀ ਕਿਤੇ ਮੈਨੂੰ ਵਾਪਸ ਨਾ ਮੋੜ ਦੇਣ। ਇਹ ਵਾਪਸ ਮੋੜਨ ਵਾਲਾ ਕੀ ਚੱਕਰ ਹੈ ਜੀ? ਇਹ ਦੱਸੋ ਵੀ ਡਿਪੋਰਟ ਕਿਉਂ ਕੀਤਾ ਜਾਂਦਾ? ਕਿਹੜੇ ਕਿਹੜੇ ਕਾਰਨ ਹੈ, ਕਿਹੜੀਆਂ ਕਿਹੜੀਆਂ ਗਲਤੀਆਂ ਨੇ ਜਿਹੜੇ ਸਟੂਡੈਂਟ ਆਮ ਕਰ ਜਾਂਦੇ ਆ, ਤੇ ਉਹਨਾਂ ਦਾ ਸਾਰਾ ਕੀਤਾ ਕਰਾਇਆ ਜਿਹੜੇ ਉਹ ਸੁਪਨੇ ਸੰਜੋ ਕੇ ਇੱਥੇ ਆਉਂਦੇ ਆ ਉਹ ਸਾਰੇ ਚੂਰ ਹੋ ਜਾਂਦੇ, ਖਤਮ ਹੋ ਜਾਂਦੇ ਆ। ਉਹ ਕਿਹੜੀਆਂ ਗਲਤੀਆਂ ਵੀ ਜਿਹੜੇ ਸਟੂਡੈਂਟ ਨਾ ਕਰਨ? ਸੋ ਆਪਾਂ ਡੈਪੂਟੇਸ਼ਨ ਨੂੰ ਦੋ ਹਿੱਸਿਆਂ ਡਿਵਾਈਡ ਕਰਦੇ ਹਾਂ ਜੀ। ਇੱਕ ਉਹ ਬੱਚਾ ਜਿਹੜਾ 에ਅਰਪੋਰਟ ਤੱਕ ਪਹੁੰਚ ਗਿਆ ਤੇ ਇੱਕ ਉਹ ਬੱਚਾ ਜਿਹੜਾ 에ਅਰਪੋਰਟ ਤੋਂ ਬਾਹਰ ਤੱਕ ਪਹੁੰਚ ਗਿਆ। ਜਿਹੜਾ ਤਾਂ ਬੱਚਾ 에ਅਰਪੋਰਟ ਤੱਕ ਪਹੁੰਚ ਗਿਆ ਤਾਂ ਉੱਥੋਂ ਹੀ ਡਿਪੋਰਟ ਹੋ ਜਾਂਦਾ ਆ। ਉਹਦੇ ਵੱਡੇ ਕਾਰਨ ਹੁੰਦੇ ਆ। ਉਹਦਾ ਸਭ ਤੋਂ ਵੱਡਾ ਕਾਰਨ ਆ ਮਿਸਰੈਪਰੈਜ਼ੈਂਟੇਸ਼ਨ। ਅੱਜ ਸਵੇਰ ਦੀ ਇੱਕ ਖਬਰ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਆਸਟ੍ਰੇਲੀਆ ਦੇ ਵਿੱਚ 3 ਬੱਚਿਆਂ ਨੂੰ ਰੀਸੈਂਟਲੀ ਰਿਪੋਰਟ ਕੀਤਾ, ਕਿਸੇ ਅਖਬਾਰ ਦੀ ਖਬਰ ਆ ਜੀ। ਤੇ ਉਸ ਦੇ ਵਿੱਚ ਡੈਪੂਟੇਸ਼ਨ ਕਿਉਂ ਹੋਈ ਉਹ ਬੱਚਿਆਂ ਦੀ? ਉਹ ਬੱਚਿਆਂ ਨੂੰ ਜਦੋਂ ਹੀ ਉਹ ਆਸਟ੍ਰੇਲੀਆ ਪਹੁੰਚੇ, ਆਫੀਸਰ ਨੇ ਉਹਨੂੰ ਪੁੱਛਿਆ ਕਿ ਮਿੱਤਰਾ ਤੇਰਾ ਬੈਂਕ ਕਿੱਥੇ ਆ, ਤੇਰਾ ਖਾਤਾ ਕਿੱਥੇ ਆ? ਜੀ। ਹੁਣ ਜਿਸ ਬੰਦੇ ਦਾ ਆਪਣਾ ਖਾਤਾ ਹੋਊਗਾ ਉਹਨੂੰ ਤਾਂ ਪਤਾ ਹੋਊਗਾ। ਜਿਹੜਾ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪੈਕੇਜ ਸਿਸਟਮ ਚੱਲਿਆ ਹੋਇਆ ਹੈ, ਐਡਾ ਖਤਰਨਾਕ ਹੈ ਕਿਉਂਕਿ ਇਸ ਦੇ ਵਿੱਚ ਨਾ ਤਾਂ ਬੱਚਾ ਫੀਸ ਪੇ ਕਰ ਰਿਹਾ, ਪਹਿਲਾਂ ਨਾ ਫੰਡਸ ਵੀ ਏਜੰਟ ਆਪੇ ਹੀ ਸ਼ੋ ਕਰ, ਸਾਰਾ ਕੁਝ ਏਜੰਟ ਹੀ ਕਰਦਾ। ਸਾਰਾ ਕੁਝ ਬਣਿਆ ਬਣਾਇਆ ਜੀ, ਸਾਰਾ ਕੁਝ ਬਣਿਆ ਬਣਾਇਆ ਆ, ਉਹ ਏਜੰਟ ਹੀ ਕਰ ਰਿਹਾ। ਏਜੰਟ ਨੂੰ ਹੀ ਪਤਾ ਹੈ ਕਿ ਬੱਚੇ ਦਾ ਖਾਤਾ ਕਿੱਥੇ ਆ। ਉਹ ਜਦੋਂ ਬੱਚੇ ਨੂੰ ਵਾਸਤਵ ਦੇ ਵਿੱਚ ਹੁੰਦਾ ਵੀ ਹੈ ਨਹੀਂ। ਹਾਂ, ਅਫਕੋਰਸ ਨਹੀਂ। ਜਦੋਂ ਮੰਨ ਲਓ ਕਿ ਬੈਂਕ ਅਕਾਊਂਟ ਮੇਰਾ ਖੁੱਲ੍ਹਣਾ ਹੈ, ਮੈਂ ਬੈਂਕ ਹੀ ਨਹੀਂ ਗਿਆ ਤੇ ਮੇਰਾ ਅਕਾਊਂਟ ਕਿਵੇਂ ਖੁੱਲਦਾ ਹੈ? ਇਟਸ ਟੋਟਲੀ ਇਲੀਗਲ। ਫਿਰ ਤੁਸੀਂ ਇਹ ਕਹਿੰਦੇ ਵੀ ਜਿਹੜਾ ਵਿਦਿਆਰਥੀ ਆਵੇ ਉਸ ਨੂੰ ਆਪਣੇ ਸਾਰੇ ਕੰਮਾਂ ਬਾਰੇ, ਆਪਣੇ ਕਾਲਜ ਦਾ ਐਡਰੈਸ, ਤੁਹਾਡਾ ਅਕਾਊਂਟ ਇਨਫੋਰਮੇਸ਼ਨ, ਐਵਰੀਥਿੰਗ ਸਾਰਾ ਕੁਝ ਲੀਗਲੀ ਕਰੇ। ਜਿੱਥੇ ਵੀ ਗੋਲੀ ਆ ਨਾ ਜੀ, ਉਸ 'ਚ ਨਾ ਪਵੇ। ਸ਼ਾਰਟਕਟਸ ਜਿਹੜੇ ਨੇ ਉਹ ਬੜੇ ਖਤਰਨਾਕ ਨੇ। ਮੰਨ ਲਓ ਕਿ ਸ਼ਾਰਟਕਟ ਵੀਜ਼ਾ ਲੱਗਣ ਤੱਕ ਨਹੀਂ ਪਤਾ ਚੱਲਿਆ, ਅਗਰ ਤਾਂ ਵੀਜ਼ਾ ਲੱਗਣ ਤੱਕ ਪਤਾ ਚੱਲ ਗਿਆ ਤਾਂ ਮਿਸਰੈਪਰੈਜ਼ੈਂਟੇਸ਼ਨ ਕਰਕੇ 5 ਸਾਲ ਦਾ ਬੈਨ ਪਹਿਲਾਂ ਹੀ ਆ। ਮੰਨ ਲਓ ਵੀਜ਼ਾ ਲੱਗ ਵੀ ਗਿਆ ਜੀ, 에ਅਰਪੋਰਟ ਪਹੁੰਚ ਕੇ ਇੱਥੇ ਆ ਕੇ ਪ੍ਰੋਬਲਮ ਆ ਗਈ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੀ, ਬਠਿੰਡੇ ਦੀ ਕੁੜੀ ਅੱਜ ਤੋਂ 10-15 ਦਿਨ ਪੁਰਾਣੀ ਗੱਲ, ਇੱਥੇ ਆਈ, ਜਲੰਧਰ ਦੇ ਕਿਸੇ ਏਜੰਟ ਨੇ ਫਾਈਲ ਲਾਈ। ਫਾਈਲ ਆਉਣ ਤੋਂ ਬਾਅਦ ਇੱਥੇ ਬੱਚਾ ਪਹੁੰਚ ਗਿਆ। ਹੁਣ ਬੱਚੇ ਨੇ ਆਲਰੇਡੀ ਬੈਚਲਰ ਡਿਗਰੀ ਕੀਤੀ ਹੋਈ ਸੀ ਜੀ, ਉਹਦੇ ਝੂਠੀ ਬੈਚਲਰ ਡਿਗਰੀ ਬਣਾਤੀ। ਅੱਛਾ, ਦੁਬਾਰਾ ਕਰਵਾ ਦਿੱਤੀ ਗਈ। ਔਰ ਉਹ ਪਹਿਲੀ ਬੈਚਲਰ ਜਿਹੜੀ ਅਸਲੀ ਕੀਤੀ ਉਹ ਸ਼ੋ ਹੀ ਨਹੀਂ ਕੀਤੀ, ਜਿਹੜੀ ਨਕਲੀ ਆ ਉਹ ਚੱਕ ਕੇ ਫਾਈਲ ਚਲਾਤੀ। ਇਹ ਜਿਹੜਾ ਆਫੀਸਰ ਨੇ ਉਹਨੇ ਮੰਗੇ ਬਈ ਓਰੀਜਨਲ ਡਾਕੂਮੈਂਟਸ ਦੇ। ਹੁਣ ਓਰੀਜਨਲ ਡਾਕੂਮੈਂਟ ਤਾਂ ਬੰਦਾ ਤਾਂ ਦਊਗਾ ਨਾ। ਹੁਣ ਉਹ ਬੱਚੇ ਕੋਲੇ ਜਦੋਂ ਇਹੋ ਜਿਹੀ ਸਿਚੁਏਸ਼ਨ 'ਚ ਬੱਚਾ ਇੱਥੇ ਆ ਜਾਂਦਾ ਹੈ, ਉਹਦੇ ਕੋਲੇ 2 ਹੀ ਰਸਤੇ ਰਹਿ ਜਾਂਦੇ ਆ। ਜ਼ਿਆਦਾਤਰ ਬੱਚੇ ਰਿਫਿਊਜੀ ਅਸਾਈਲਮ ਲਾ ਦਿੰਦੇ ਆ। ਜਿਹੜਾ ਉਸ ਰਾਹ ਨਹੀਂ ਜਾਣਾ ਚਾਹੁੰਦਾ ਹੁੰਦਾ ਉਹ ਡੈਪੂਟੇਸ਼ਨ ਪ੍ਰਵਾਨ ਕਰਕੇ ਵਾਪਸ ਚਲੇ ਜਾਂਦਾ, ਕਿਉਂਕਿ ਉਸ ਕੋਲ ਦਿਖਾਉਣ ਲਈ ਕੁਝ ਹੈ ਨਹੀਂ। 5-5 ਸਾਲ ਦੇ ਬੈਨ ਹੀ ਹੁੰਦੇ ਉਹਨਾਂ ਦੇ ਪੱਲੇ। ਇਹ ਤੁਹਾਡਾ ਕਹਿਣ ਦਾ ਭਾਵ ਇਹ ਹੈ ਵੀ ਤੁਹਾਡੇ ਕੋਲ ਡਾਕੂਮੈਂਟੇਸ਼ਨਸ ਪੂਰੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਤੁਸੀਂ ਸਿਰਫ ਇੱਥੇ ਇਹ ਸੋਚ ਕੇ ਆ ਜਾਓ ਚਲੋ ਆਪਾਂ ਐਂਟਰ ਹੋ ਗਏ ਕੈਨੇਡਾ, ਹੁਣ ਆਪਣੀ ਬੱਲੇ ਬੱਲੇ ਹੈ। ਜਦੋਂ ਤੁਹਾਨੂੰ ਵੀਜ਼ਾ ਮਿਲਦਾ ਨਾਲ ਤੁਹਾਨੂੰ ਇੱਕ ਚਿੱਠੀ ਮਿਲਦੀ ਹੈ ਜਿਸ 'ਚ ਲਿਖਿਆ ਹੁੰਦਾ ਕਿ ਜਿਹੜੇ ਡਾਕੂਮੈਂਟਸ ਤੁਸੀਂ ਲਗਾਏ ਆ ਉਹ ਓਰੀਜਨਲਸ ਤੁਸੀਂ ਨਾਲ ਕੈਰੀ ਕਰਨੇ ਆ, ਇਨਕਲੂਡਿੰਗ ਆਈਲੈਟਸ ਐਂਡ ਐਜੂਕੇਸ਼ਨਲ ਡਾਕੂਮੈਂਟਸ। ਜਦੋਂ ਤੁਹਾਨੂੰ ਸਟੱਡੀ ਪਰਮਿਟ ਲੱਗਦਾ ਹੈ, you need to carry those documents along with you। ਇਹ ਜ਼ਰੂਰੀ ਹੈ, ਆ ਤੁਹਾਡੇ ਹੱਥ 'ਚ ਹੋਣੇ ਚਾਹੀਦੇ ਆ। ਜਦੋਂ ਤੁਸੀਂ 에ਅਰਪੋਰਟ ਲੈਂਡ ਕਰਨਾ ਹੈ, ਉਹ ਤੁਹਾਨੂੰ ਉਹ ਮੰਗਣ ਨਾ ਮੰਗਣ ਨੂੰ ਆਫੀਸਰ ਦਾ ਅਧਿਕਾਰ ਹੈ, ਪਰ ਅਗਰ ਮੰਗ ਲੈਣ ਤੁਹਾਡੇ ਕੋਲ ਨਹੀਂ ਹੈਗੇ, ਯੂ ਆਰ ਇਨ ਪ੍ਰੋਬਲਮ। ਔਰ ਜ਼ਿਆਦਾਤਰ ਬੱਚੇ ਕੈਰੀ ਕਰਦੇ ਨੇ। ਕੌਣ ਨਹੀਂ ਕੈਰੀ ਕਰੂਗਾ? ਜ਼ਿਆਦਾਤਰ ਬੰਦਾ ਉਹੀ ਨਹੀਂ ਕੈਰੀ ਕਰੂਗਾ ਜਿਹਦੇ 'ਚ ਕੋਈ ਪ੍ਰੋਬਲਮ ਹੋਊਗੀ। ਅੱਛਾ, ਇੱਕ ਲਾਸਟ ਇਹ ਦੱਸੋ ਵੀ ਜਿਵੇਂ ਬੱਚਾ ਇੱਥੇ ਆ ਗਿਆ, ਆਫੀਸਰ ਉਹਦੇ ਸਵਾਲਾਂ ਤੋਂ ਅਸਹਿਮਤ ਹੈ, ਨਹੀਂ ਸੈਟੀਸਫਾਈਡ ਨਹੀਂ, ਕੀ ਉਹਦੇ ਕੋਲ ਕੋਈ ਰਾਈਟ ਹੈ? ਹਰੇਕ ਵਿਦਿਆਰਥੀ, ਹਰੇਕ ਕੈਨੇਡਾ 'ਚ ਲੈਂਡ ਕਰਨ ਵਾਲੇ ਬੰਦੇ ਦੇ ਕੋਲੇ ਲੀਗਲ ਰਾਈਟ ਆ ਲੀਗਲ ਰਿਪਰੈਜ਼ੈਂਟੇਸ਼ਨ ਦਾ। ਤੁਸੀਂ ਲੀਗਲ ਰਿਪਰੈਜ਼ੈਂਟੇਸ਼ਨ ਭਾਵ ਕਿ ਤੁਸੀਂ ਲਾਇਰ, ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ 에ਅਰਪੋਰਟ ਤੇ ਬੈਠੇ ਬੈਠੇ ਹਾਇਰ ਕਰ ਸਕਦੇ ਹੋ, ਚਾਹੇ ਵਿਜ਼ਟਰ ਆਵੇ, ਕਿਸੇ ਵੀ ਉਹਦੇ 'ਚ ਆਵੇ, ਕਿਸੇ ਵੀ ਚੀਜ਼ ਲਈ ਆਵੇ। ਸੋ ਕੈਨੇਡਾ ਦੇ ਵਿੱਚ ਮੰਨ ਲਓ ਉਦਾਹਰਨ ਦੇਣਾ ਕਿ ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀਗਾ ਤੇ ਕਾਫੀ ਸਿੰਘ ਜਿਹੜੇ ਸੀਗੇ ਉਹ ਕੈਨੇਡਾ ਆਉਂਦੇ ਸੀਗੇ। ਮੰਨ ਲਓ ਉੱਥੇ ਅੱਜ ਦਾ ਸਮਾਂ ਹੋਵੇ ਤੇ ਉਹ ਕੈਨੇਡਾ ਲੈਂਡ ਕਰਨ ਵਾਲੇ ਉੱਥੋਂ ਉਹਨਾਂ ਨੂੰ ਕਹਿੰਦੇ ਜੀ ਬਈ ਤੁਹਾਨੂੰ ਰਿਪੋਰਟ ਕੀਤਾ ਜਾ ਰਿਹਾ ਹੈਗਾ ਜੀ, ਤੁਹਾਡੀ ਜ਼ਿੰਦਗੀ ਨੂੰ ਖਤਰਾ ਆ, ਤੁਹਾਨੂੰ ਲੀਗਲ ਰਿਪਰੈਜ਼ੈਂਟੇਸ਼ਨ ਚਾਹੀਦੀ ਆ। ਦੁਨੀਆ ਦੀ ਕੋਈ ਤਾਕਤ ਕੈਨੇਡਾ ਦੇ ਵਿੱਚ ਤੁਹਾਨੂੰ ਲੀਗਲ ਰਿਪਰੈਜ਼ੈਂਟੇਸ਼ਨ ਤੋਂ ਨਹੀਂ ਰੋਕ ਸਕਦੀ। ਇਹ ਤੁਹਾਡਾ ਹੱਕ ਆ। ਹਾਂ, ਲੀਗਲ ਰਿਪਰੈਜ਼ੈਂਟੇਸ਼ਨ ਦੇ ਵਿੱਚ
ਤੁਹਾਨੂੰ ਸੱਚ ਬੋਲਣਾ ਚਾਹੀਦਾ ਹੈ, ਤੁਹਾਨੂੰ ਉਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਨੇ ਉਹ ਅਲੱਦੀਆਂ ਨੇ। ਜੇ ਤੁਸੀਂ ਸੱਚ ਹੋ ਤਾਂ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ। ਤੁਹਾਨੂੰ ਡਰਨ ਦੀ ਲੋੜ ਨਹੀਂ। ਸੋ ਜਿਹੜੇ ਪੱਲੇ ਸੱਚ ਆ ਉਹਨੂੰ ਵੈਸੇ ਡਰਨ ਦੀ ਲੋੜ ਹੈ ਹੀ ਨਹੀਂ ਆ। ਜਿਹੜੇ ਬੰਦੇ ਆ ਡਰ ਪਾਉਣ ਦੀ ਵੀ ਕੋਸ਼ਿਸ਼ ਕਰਦੇ ਆ ਉਹਨਾਂ ਤੋਂ ਵੀ ਡਰਨ ਦੀ ਲੋੜ ਨਹੀਂ ਆ। ਤੁਹਾਨੂੰ ਇੱਕ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਹੜਾ ਚੰਗਾ ਜਵਾਕ ਆ ਉਹਨੂੰ ਉਹਦੇ ਸੁਪਨਿਆਂ ਨੂੰ ਇਸ ਲਈ ਕੰਪਰੋਮਾਈਜ਼ ਨਾ ਕਰੋ ਕਿ ਉਹ ਅੱਜ ਕੈਨੇਡਾ ਦੀ ਜਾਂ ਮੰਨ ਲਓ ਅੱਜ ਆਸਟ੍ਰੇਲੀਆ ਦੀ ਕਿਸੇ ਵੀ ਮੁਲਕ ਦੀ ਅੱਜ ਸਟੱਡੀ ਪਰਮਿਟ ਜਾਂ ਅੱਜ ਚੀਜ਼ਾਂ ਚੰਗੇ ਜਵਾਕ ਵਾਸਤੇ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਹੋਰ ਜਿਹੜੀਆਂ ਪ੍ਰੋਬਲਮਸ ਨੇ ਉਹ ਸਿਰਫ ਤਾਂ ਨੇ ਕਿ ਹਾਂ ਅਗਰ ਇੰਨਾ ਜ਼ਿਆਦਾ ਬੈਕਲੌਗ ਜਿਹੜਾ ਇਕੱਠਾ ਹੋਇਆ ਉਹਦੇ ਕਰਕੇ ਰਿਫਿਊਜ਼ਲਸ ਵੀ ਆਉਣਗੀਆਂ, ਕੋਈ ਸ਼ੱਕ ਨਹੀਂ ਉਸ। ਪਰ ਜਿਸ ਤਰੀਕੇ ਨਾਲ ਮਾਰਕੀਟ ਕੀਤਾ ਜਾ ਰਿਹਾ, ਹੋਰ ਜਿਹੜਾ ਉਹ ਮਾਰਕੀਟ ਕੀਤਾ ਜਾ ਰਿਹਾ ਆ ਉਹ ਐਕਚੁਅਲ ਦੇ ਵਿੱਚ ਤੁਹਾਡੀ ਜਾਂ ਮੇਰੀ ਭਲਾਈ ਵਾਸਤੇ ਨਹੀਂ ਹੈਗਾ। ਉਹ ਇਸ ਲਈ ਆ। ਹੋਰ ਮੈਨੂੰ ਇਹ ਕਹਿਣ ਦੇ ਉੱਤੇ ਕੋਈ ਗੁਰੇਜ਼ ਨਹੀਂ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਕਾਲਜਾਂ ਯੂਨੀਵਰਸਿਟੀਆਂ ਕਮਿਸ਼ਨਾਂ ਦਿੰਦੀਆਂ ਨੇ ਉਹ US UK ਤੇ ਆਸਟ੍ਰੇਲੀਆ ਦੇ ਕਾਲਜਸ ਯੂਨੀਵਰਸਿਟੀਜ਼ ਨਾਲੋਂ ਬਹੁਤ ਹੀ ਥੋੜ੍ਹੀਆਂ ਨੇ। ਸੋ ਉਹ ਉਹਨਾਂ ਦਾ ਆਪਣਾ ਫਾਈਨੈਂਸ਼ੀਅਲ ਇਸ਼ੂ ਆ। ਉਹ ਤੁਹਾਡੇ ਤੇ ਕੋਈ ਰਹਿਮ ਨਹੀਂ ਕਰ ਰਹੇ ਹੈਗੇ। ਉਹ ਆਪਣੇ ਜ਼ਿਆਦਾ ਪੈਸੇ ਬਣਾਉਣ ਦਾ ਆਪਣਾ ਸਮਾਨ ਵੇਚਣ ਲਈ ਕਰਦੇ, ਉਹ ਆਪਣਾ ਪ੍ਰੋਡਕਟ ਵੇਚ ਰਹੇ ਨੇ। ਤੇ ਦਰਸ਼ਕੋ ਜਿਹੜੀ ਅਸੀਂ ਇਹ ਇੰਟਰਵਿਊ ਰੱਖੀ ਸੀ ਸਪੈਸ਼ਲ, ਸਾਡਾ ਇੱਕ ਕਾਰਨ ਵੀ ਇਹੀ ਸੀ ਕਿ ਇਹ ਸਵਾਲ ਜਿਹੜੇ ਤੁਸੀਂ ਗੂਗਲ ਤੇ ਲੱਭਦੇ ਵੀ ਕੀ ਹੋ ਸਕਦਾ ਕੀ ਨਹੀਂ, ਅਸੀਂ ਆਏ ਇੱਥੇ ਸਪੈਸ਼ਲ ਸੋਚਿਆ ਵੀ ਭਾਜੀ ਨਾਲ ਜ਼ਰੂਰ ਗੱਲਬਾਤ ਕਰੀਏ। ਇਹ ਤੁਹਾਨੂੰ ਸੱਚ ਦੱਸ ਦਈਏ ਵੀ ਸਾਡੀ ਇਹ ਇੰਟਰਵਿਊ ਪੇਡ ਇੰਟਰਵਿਊ ਨਹੀਂ ਹੈ। ਇਹ ਸਿਰਫ ਤੇ ਸਿਰਫ ਤੁਹਾਡੇ ਭਲੇ ਦੇ ਵਾਸਤੇ, ਤੁਹਾਡੇ ਜਾਣਕਾਰੀ ਹਿੱਤ ਅਸੀਂ ਇਹ ਸਵਾਲ ਰੱਖੇ ਆ। ਤੇ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਵੀ ਇਸ ਇੰਟਰਵਿਊ ਨੂੰ ਤੁਸੀਂ ਵੱਧ ਤੋਂ ਵੱਧ ਪੂਰੀ ਇੰਟਰਵਿਊ, ਪੂਰੇ ਸਵਾਲ, ਪੂਰੇ ਜਵਾਬ ਆਪ ਜ਼ਰੂਰ ਸੁਣਨੇ ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਅਸਲ ਦੇ ਵਿੱਚ ਸੱਚਾਈ ਕੀ ਹੈ ਤੇ ਝੂਠ ਕੀ ਹੈ। ਹਾਂਜੀ, ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਮਚ।